ਪਿਆਰੇ ਬੱਚਿਓ, ਅੱਜ ਆਪਾਂ ਜਮਾਤ ਚੌਥੀ ਵਿਸ਼ਾ ਪੰਜਾਬੀ ਦਾ ਦੂਜਾ ਪਾਠ ਪੜ੍ਹਾਂਗੇ। ਆਓ ਫਿਰ ਸ਼ੁਰੂ ਕਰੀਏ। ਪਾਠ ਦੂਜਾ, ਨਿੱਕੀ ਜਿੰਦ ਵੱਡੀ ਸੋਚ। ਬਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ। ਗੁਰਮੇਲ ਸਿੰਘ ਧੁੱਪੇ ਕੁਰਸੀ 'ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਅੱਜ ਬਸੰਤ ਪੰਚਮੀ ਦੀ ਛੁੱਟੀ ਸੀ, ਇਸ ਕਰਕੇ ਸਾਰਾ ਪਰਿਵਾਰ ਘਰ ਹੀ ਸੀ ਅਤੇ ਗੁਰਮੇਲ ਸਿੰਘ ਧੁੱਪੇ ਕੁਰਸੀ 'ਤੇ ਬੈਠੇ ਅਖਬਾਰ ਪੜ੍ਹ ਰਹੇ ਸੀ। ਕੋਲ ਹੀ ਕੁਝ ਕਿਤਾਬਾਂ ਵੀ ਪਈਆਂ ਸਨ। ਉਹਨਾਂ ਦੇ ਕੋਲ ਕੁਝ ਕਿਤਾਬਾਂ ਵੀ ਪਈਆਂ ਸਨ। ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ 'ਤੇ ਤਸਵੀਰਾਂ ਵਾਹ ਰਹੀ ਸੀ। ਸਿਮਰਨ ਵੀ ਉਹਨਾਂ ਦੇ ਨੇੜੇ ਬੈਠੀ ਡਰਾਇੰਗ ਬੁੱਕ 'ਤੇ ਕੁਝ ਤਸਵੀਰਾਂ ਬਣਾ ਰਹੀ ਸੀ। ਜਸ਼ਨ ਟੈਲੀਵਿਜ਼ਨ ਮੂਹਰੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ ਅਤੇ ਜਸ਼ਨ ਟੈਲੀਵਿਜ਼ਨ ਦੇ ਸਾਹਮਣੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ। ਜਦੋਂ ਗੁਰਮੇਲ ਸਿੰਘ ਸੈਰ 'ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਆਵਾਜ਼ ਮਾਰਦਿਆਂ ਕਿਹਾ, ਪਾਪਾ ਸੈਰ ਕਰਨ ਚੱਲੇ ਹੋ? ਮੈਂ ਵੀ ਅੱਜ ਤੁਹਾਡੇ ਨਾਲ ਸੈਰ ਕਰਨ ਜਾਵਾਂਗਾ। ਜਦੋਂ ਗੁਰਮੇਲ ਸਿੰਘ ਸੈਰ ਕਰਨ ਦੀ ਤਿਆਰੀ ਕਰ ਰਹੇ ਸਨ ਤਾਂ ਉਸ ਸਮੇਂ ਹੀ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਆਵਾਜ਼ ਮਾਰਦਿਆਂ ਹੋਇਆ ਕਿਹਾ, ਪਾਪਾ ਤੁਸੀਂ ਸੈਰ ਕਰਨ ਜਾ ਰਹੇ ਹੋ? ਮੈਂ ਵੀ ਅੱਜ ਤੁਹਾਡੇ ਨਾਲ ਸੈਰ ਕਰਨ ਜਾਵਾਂਗਾ। ਕੀ ਗੱਲ, ਅੱਜ ਤੂੰ ਟਿਊਸ਼ਨ 'ਤੇ ਨਹੀਂ ਜਾਣਾ? ਗੁਰਮੇਲ ਸਿੰਘ ਨੇ ਬੂਟਾਂ ਦੇ ਤਸਮੇ ਕੱਸਦਿਆਂ ਕਿਹਾ। ਤਾਂ ਗੁਰਮੇਲ ਸਿੰਘ ਨੇ ਆਪਣੇ ਬੇਟੇ ਜਸ਼ਨ ਨੂੰ ਪੁੱਛਿਆ ਕਿ ਅੱਜ ਤੂੰ ਟਿਊਸ਼ਨ 'ਤੇ ਨਹੀਂ ਜਾਣਾ? ਨਹੀਂ ਪਾਪਾ, ਅੱਜ ਸਾਨੂੰ ਟਿਊਸ਼ਨ ਤੋਂ ਛੁੱਟੀ ਹੈ। ਅੱਜ ਸਾਡੀ ਮੈਡਮ ਕਿਤੇ ਰਿਸ਼ਤੇਦਾਰੀ 'ਚ ਗਏ ਹੋਏ ਹਨ। ਤਾਂ ਜਸ਼ਨ ਨੇ ਆਪਣੇ ਪਾਪਾ ਨੂੰ ਦੱਸਿਆ ਕਿ ਅੱਜ ਉਹਨਾਂ ਨੂੰ ਟਿਊਸ਼ਨ ਤੋਂ ਛੁੱਟੀ ਹੈ ਕਿਉਂਕਿ ਉਹਨਾਂ ਦੇ ਮੈਡਮ ਕਿਤੇ ਰਿਸ਼ਤੇਦਾਰੀ 'ਚ ਗਏ ਹੋਏ ਹਨ। ਹਾਂ ਪਾਪਾ, ਲੈ ਜਾਇਓ ਇਹਨੂੰ ਆਪਣੇ ਨਾਲ। ਸਵੇਰ ਦਾ ਬੈਠਾ ਹੈ ਇਹ ਟੈਲੀਵਿਜ਼ਨ ਮੂਹਰੇ, ਪਤਾ ਨਹੀਂ ਕੀ ਲੱਭੀ ਜਾਂਦਾ ਹੈ ਕਾਰਟੂਨ ਚੈਨਲ 'ਚੋਂ। ਸਿਮਰਨ ਨੇ ਸਕੂਲ ਦਾ ਬੈਗ ਰੱਖਦਿਆਂ ਕਿਹਾ। ਸਿਮਰਨ ਨੇ ਸਕੂਲ ਦਾ ਬੈਗ ਰੱਖਦਿਆਂ ਕਿਹਾ ਕਿ ਪਾਪਾ ਜਸ਼ਨ ਨੂੰ ਵੀ ਅੱਜ ਆਪਣੇ ਨਾਲ ਸੈਰ 'ਤੇ ਲੈ ਜਾਇਓ ਕਿਉਂਕਿ ਇਹ ਸਵੇਰ ਦਾ ਟੈਲੀਵਿਜ਼ਨ ਦੇ ਸਾਹਮਣੇ ਬੈਠਾ ਹੈ, ਪਤਾ ਨਹੀਂ ਟੈਲੀਵਿਜ਼ਨ ਵਿੱਚੋਂ ਕੀ ਲੱਭੀ ਜਾਂਦਾ ਹੈ। ਪਰ ਬੇਟਾ ਮੈਂ ਬਹੁਤ ਦੂਰ ਤੱਕ ਜਾਣਾ ਹੈ, ਥੱਕ ਜਾਵੇਗਾ ਇਹ। ਤਾਂ ਗੁਰਮੇਲ ਸਿੰਘ ਨੇ ਆਪਣੀ ਬੇਟੀ ਸਿਮਰਨ ਨੂੰ ਕਿਹਾ ਕਿ ਬੇਟਾ ਮੈਂ ਤਾਂ ਬਹੁਤ ਦੂਰ ਤੱਕ ਜਾਣਾ ਹੈ ਸੈਰ ਕਰਨ ਲਈ, ਇਹ ਥੱਕ ਜਾਵੇਗਾ। ਨਹੀਂ ਪਾਪਾ, ਮੈਂ ਨਹੀਂ ਥੱਕਾਂਗਾ। ਜਸ਼ਨ ਗੁਰਮੇਲ ਦੇ ਮੂਹਰੇ ਹੋ ਕੇ ਤੁਰ ਪਿਆ ਅਤੇ ਜਸ਼ਨ ਨੇ ਕਿਹਾ ਕਿ ਪਾਪਾ ਮੈਂ ਥੱਕਾਂਗਾ ਨਹੀਂ, ਅਤੇ ਉਹ ਗੁਰਮੇਲ ਸਿੰਘ ਦੇ ਅੱਗੇ ਹੋ ਕੇ ਤੁਰ ਪਿਆ। ਚੱਲ ਫਿਰ ਪੁੱਤਰਾ, ਵੇਖਦਾ ਅੱਜ ਤੇਰਾ ਜ਼ੋਰ। ਤਾਂ ਗੁਰਮੇਲ ਸਿੰਘ ਨੇ ਜਸ਼ਨ ਨੂੰ ਕਿਹਾ ਕਿ ਚੱਲ ਪੁੱਤਰਾ, ਅੱਜ ਮੈਂ ਤੇਰਾ ਜ਼ੋਰ ਹੀ ਵੇਖ ਲੈਂਦਾ ਹਾਂ। ਗੁਰਮੇਲ ਸਿੰਘ ਲੰਮੀਆਂ ਡਿੰਗਾਂ ਭਰਦਾ ਜਾ ਰਿਹਾ ਸੀ ਅਤੇ ਜਸ਼ਨ ਕਦੇ ਪਿੱਛੇ ਰਹਿ ਜਾਂਦਾ ਅਤੇ ਕਦੇ ਦੌੜ ਕੇ ਅੱਗੇ ਲੰਘ ਜਾਂਦਾ ਅਤੇ ਅੱਗੇ ਖੜ੍ਹ ਕੇ ਆਪਣੇ ਪਾਪਾ ਦਾ ਇੰਤਜ਼ਾਰ ਕਰਨ ਲੱਗ ਪੈਂਦਾ। ਗੁਰਮੇਲ ਸਿੰਘ ਲੰਮੀਆਂ ਡਿੰਗਾਂ ਭਰਦੇ ਹੋਏ ਜਾ ਰਹੇ ਸਨ। ਜਸ਼ਨ ਕਦੇ ਤਾਂ ਉਹਨਾਂ ਤੋਂ ਪਿੱਛੇ ਰਹਿ ਜਾਂਦਾ, ਕਦੇ ਉਹਨਾਂ ਤੋਂ ਦੌੜ ਕੇ ਅੱਗੇ ਲੱਗ ਜਾਂਦਾ ਅਤੇ ਆਪਣੇ ਪਾਪਾ ਦੀ ਉਡੀਕ ਕਰਨ ਲੱਗ ਜਾਂਦਾ। ਕੁਝ ਹੀ ਮਿੰਟਾਂ ਵਿੱਚ ਦੋਵੇਂ ਪਿਓ ਪੁੱਤਰ ਆਬਾਦੀ ਤੋਂ ਬਾਹਰ ਨਿਕਲ ਕੱਚੀ ਨਹਿਰ ਵਾਲੇ ਰਾਹ 'ਤੇ ਆ ਗਏ। ਥੋੜ੍ਹੀ ਹੀ ਦੇਰ ਬਾਅਦ ਦੋਵੇਂ ਪਿਓ ਪੁੱਤਰ ਜਿਹੜੇ ਹੈ ਉਹ ਆਬਾਦੀ ਭਾਵ ਜਿੱਥੇ ਲੋਕ ਵਸਦੇ ਹੈ ਉੱਥੋਂ ਨਿਕਲ ਕੇ ਕੱਚੀ ਨਹਿਰ ਵਾਲੇ ਰਸਤੇ 'ਤੇ ਆ ਗਏ। ਜਸ਼ਨ ਮੂਹਰੇ ਤੁਰਦਾ ਖੇਤਾਂ ਵਿੱਚ ਲਹਿਲਹਾਉਂਦੀਆਂ ਫਸਲਾਂ ਨੂੰ ਨਿਹਾਰਦਾ, ਕਦੇ ਸਰੋਂ ਦਿਆਂ ਫੁੱਲਾਂ 'ਤੇ ਮੜ ਲਾਉਂਦੀਆਂ ਤਿਤਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਅਤੇ ਬੈਠੇ ਪੰਛੀਆਂ ਨੂੰ ਵੇਖ ਕੇ ਖੁਸ਼ ਹੁੰਦਾ। ਜਸ਼ਨ ਜਿਹੜਾ ਹੈ ਉਹ ਅੱਗੇ ਤੁਰਦਾ ਖੇਤਾਂ ਵਿੱਚ ਜਿਹੜੀਆਂ ਹਰੀਆਂ ਫਸਲਾਂ ਲਹਿਲਾ ਰਹੀਆਂ ਸਨ ਉਹਨਾਂ ਨੂੰ ਨਿਹਾਰਦਾ, ਪਿਆਰ ਨਾਲ ਦੇਖਦਾ, ਕਦੇ ਸਰੋਂ ਦੀਆਂ ਫੁੱਲਾਂ 'ਤੇ ਜਿਹੜੀਆਂ ਤਿਤਲੀਆਂ ਮੰਡਰਾ ਰਹੀਆਂ ਸਨ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਉਹਨਾਂ ਨੂੰ ਵੇਖ ਕੇ ਖੁਸ਼ ਹੁੰਦਾ। ਗੁਰਮੇਲ ਸਿੰਘ ਆਪਣੀ ਧੁਨ ਵਿੱਚ ਤੇਜ਼ ਤੁਰਦਾ ਜਾ ਰਿਹਾ ਸੀ। ਗੁਰਮੇਲ ਸਿੰਘ ਆਪਣੀ ਮਸਤੀ ਵਿੱਚ ਤੇਜ਼ ਤੁਰਦਾ ਜਾ ਰਿਹਾ ਸੀ। ਉਹ ਹੈਰਾਨ ਸੀ ਕਿ ਅੱਜ ਜਸ਼ਨ ਦੇ ਮਨ ਵਿੱਚ ਸੈਰ ਕਰਨ ਦਾ ਵਿਚਾਰ ਕਿਵੇਂ ਆਇਆ। ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਜਸ਼ਨ ਦੇ ਮਨ ਵਿੱਚ ਅੱਜ ਸੈਰ ਕਰਨ ਦਾ ਵਿਚਾਰ ਕਿਵੇਂ ਆ ਗਿਆ। ਦੋਵੇਂ ਪਿਓ ਪੁੱਤਰ ਗੱਲਾਂ ਕਰਦੇ ਨਹਿਰ ਦੀ ਪਟੜੀ 'ਤੇ ਆ ਚੜ੍ਹੇ, ਜਿੱਥੇ ਇੱਕ ਪਾਸੇ ਰੁੱਖਾਂ ਦੇ ਝੁੰਡ ਸਨ ਅਤੇ ਇੱਕ ਪਾਸੇ ਹਰੀਆਂ ਕਣਕਾਂ ਹੁਲਾਰੇ ਮਾਰ ਰਹੀਆਂ ਸਨ। ਦੋਵੇਂ
ਪਿਓ ਪੁੱਤਰ ਗੱਲਾਂ ਬਾਤਾਂ ਕਰਦੇ ਕਰਦੇ ਨਹਿਰ ਦੀ ਪਟੜੀ 'ਤੇ ਆ ਕੇ ਚੜ੍ਹ ਗਏ, ਜਿੱਥੇ ਇੱਕ ਪਾਸੇ ਉਹਨਾਂ ਨੂੰ ਰੁੱਖਾਂ ਦੇ ਝੁੰਡ ਦਿਖਾਈ ਦੇ ਰਹੇ ਸਨ ਅਤੇ ਦੂਜੇ ਪਾਸੇ ਹਰੀਆਂ ਭਰੀਆਂ ਕਣਕਾਂ ਜਿਹੜੀ ਹੈ ਉਹ ਹੁਲਾਰੇ ਮਾਰ ਰਹੀਆਂ ਸਨ। ਜਸ਼ਨ ਨਹਿਰ ਦੇ ਕਿਨਾਰੇ 'ਤੇ ਖੜ੍ਹ ਕੇ ਪਾਣੀ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਗੁਰਮੇਲ ਸਿੰਘ ਨੇ ਪੁੱਛਿਆ, ਬੇਟਾ ਕੀ ਲੱਭ ਰਿਹਾ ਹੈ? ਜਸ਼ਨ ਨਹਿਰ ਦੇ ਕਿਨਾਰੇ 'ਤੇ ਖੜ੍ਹ ਕੇ ਇਉਂ ਲੱਗ ਰਿਹਾ ਸੀ ਜਿਵੇਂ ਪਾਣੀ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਅਤੇ ਉਸ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਗੁਰਮੇਲ ਸਿੰਘ ਨੇ ਆਪਣੇ ਬੇਟੇ ਨੂੰ ਸਵਾਲ ਪੁੱਛਿਆ ਕਿ ਪੁੱਤ ਕੀ ਲੱਭ ਰਿਹਾ ਹੈ? ਪਾਪਾ ਪ੍ਰਵਾਸੀ ਪੰਛੀ ਲੱਭ ਰਿਹਾ ਹਾਂ। ਪ੍ਰਵਾਸੀ ਪੰਛੀ ਕਿਹੜੇ ਹੁੰਦੇ ਆ? ਜਿਹੜੇ ਦੂਰ ਦੁਰਾਡੇ ਦੇਸ਼ਾਂ ਤੋਂ ਸਾਡੇ ਦੇਸ਼ ਵਿੱਚ ਆਉਂਦੇ ਆ, ਉਹਨਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ। ਦੁਪਹਿਰੇ ਮੋਹਿਤ ਅਤੇ ਸ਼ੁਭਮ ਮੇਰੇ ਕੋਲ ਆਏ ਸਨ, ਤਾਂ ਉਸਨੇ ਦੱਸਿਆ ਕਿ ਦੁਪਹਿਰੇ ਜਿਹੜੇ ਸ਼ੁਭਮ ਅਤੇ ਮੋਹਿਤ ਉਹਦੇ ਦੋਸਤ ਹੈ ਉਹ ਉਹਦੇ ਕੋਲ ਆਏ ਸਨ। ਉਹ ਕਹਿ ਰਹੇ ਸਨ ਕਿ ਇਸ ਵਾਰ ਨਹਿਰ 'ਤੇ ਕਾਫੀ ਪ੍ਰਵਾਸੀ ਪੰਛੀ ਆਏ ਹੋਏ ਹਨ। ਤਾਂ ਉਸਨੇ ਦੱਸਿਆ ਕਿ ਉਹ ਕਹਿ ਰਹੇ ਸਨ ਕਿ ਇਸ ਵਾਰ ਨਹਿਰ 'ਤੇ ਬਹੁਤ ਸਾਰੇ ਪ੍ਰਵਾਸੀ ਪੰਛੀ ਆਏ ਹੋਏ ਸਨ। ਪੈਰਾਂ ਦਾ ਖੜਾਕ ਸੁਣ ਕੇ ਦੋ ਮੁਰਗਾਬੀਆਂ ਉਹਨਾਂ ਦੇ ਮੂਹਰਿਓਂ ਉੱਡ ਗਈਆਂ। ਉਹਨਾਂ ਦੇ ਪੈਰਾਂ ਦੀ ਆਵਾਜ਼ ਸੁਣ ਕੇ ਦੋ ਮੁਰਗਾਬੀਆਂ ਉਹਨਾਂ ਦੇ ਸਾਹਮਣੇ ਤੋਂ ਉੱਡ ਗਈਆਂ। ਜਸ਼ਨ ਇਹਨਾਂ ਮੁਰਗਾਬੀਆਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਜਸ਼ਨ ਜਿਹੜਾ ਹੈ ਇਹਨਾਂ ਮੁਰਗਾਬੀਆਂ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਇਆ। ਪਾਪਾ ਇਹ ਤਾਂ ਬਹੁਤ ਪਿਆਰੇ ਪੰਛੀ ਹਨ, ਇਹ ਕਿੱਥੋਂ ਆਉਂਦੇ ਨੇ? ਤਾਂ ਉਸਨੇ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਇਹ ਤਾਂ ਬਹੁਤ ਪਿਆਰੇ ਪੰਛੀ ਨੇ, ਇਹ ਆਉਂਦੇ ਕਿੱਥੋਂ ਨੇ? ਇੱਕੋ ਸਾਹ ਵਿੱਚ ਉਹ ਕਿੰਨੇ ਸਾਰੇ ਸਵਾਲ ਕਰ ਗਿਆ। ਇੱਕੋ ਸਾਹ ਵਿੱਚ ਉਹ ਬਹੁਤ ਸਾਰੇ ਸਵਾਲ ਆਪਣੇ ਪਾਪਾ ਨੂੰ ਪੁੱਛ ਗਿਆ। ਗੁਰਮੇਲ ਸਿੰਘ ਨੇ ਜਸ਼ਨ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ, ਪੁੱਤਰਾ ਪ੍ਰਵਾਸੀ ਪੰਛੀ ਦੂਰ ਦੁਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਆਉਂਦੇ ਹਨ। ਤਾਂ ਗੁਰਮੇਲ ਸਿੰਘ ਨੇ ਜਸ਼ਨ ਦੀਆਂ ਗੱਲਾਂ ਦਾ ਜਵਾਬ ਦਿੱਤਾ ਅਤੇ ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਬੇਟਾ ਪ੍ਰਵਾਸੀ ਪੰਛੀ ਜਿਹੜੇ ਹੈ ਉਹ ਬਹੁਤ ਦੂਰ ਦੂਰ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਆਉਂਦੇ ਹਨ। ਮੀਲ ਕੀ ਹੁੰਦਾ ਹੈ? ਮੀਲ ਜਿਹੜਾ ਹੈ ਦੂਰੀ ਨੂੰ ਮਾਪਣ ਦੀ ਇੱਕ ਇਕਾਈ ਹੈ। ਇੱਕ ਮੀਲ ਵਿੱਚ 1.6 ਕਿਲੋਮੀਟਰ ਹੁੰਦੇ ਹਨ। ਇਹਨਾਂ ਵਿੱਚ ਮੁੱਖ ਤੌਰ 'ਤੇ ਸਮੁੰਦਰੀ ਕੁੰਜਾਂ, ਅਬਾਬੀਲ, ਹੰਸ ਅਤੇ ਨੀਲਸਰ ਆਦਿ ਪੰਛੀ ਸ਼ਾਮਿਲ ਹਨ। ਇਹਨਾਂ ਵਿੱਚ ਆਮ ਤੌਰ 'ਤੇ ਸਮੁੰਦਰੀ ਕੁੰਜਾਂ, ਅਬਾਬੀਲ, ਹੰਸ ਅਤੇ ਨੀਲਸਰ ਆਦਿ ਪੰਛੀ ਹੁੰਦੇ ਹਨ। ਇਹਨਾਂ ਵਿੱਚੋਂ ਕੁਝ ਪੰਛੀ ਸਾਈਬੇਰੀਆ ਤੋਂ ਵੀ ਆਉਂਦੇ ਹਨ। ਕਈ ਪੰਛੀ ਸੈਂਕੜੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦੇ ਹਨ। ਕਈ ਪੰਛੀ ਉਹਨਾਂ ਨੇ ਦੱਸਿਆ ਕਿ ਸੈਂਕੜੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਦੇਸ਼ ਆਉਂਦੇ ਹਨ। ਰੁੱਤ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ, ਇਸ ਲਈ ਇਹ ਪੰਛੀ ਸਾਡੇ ਮਹਿਮਾਨ ਹੁੰਦੇ ਹਨ। ਜਿਵੇਂ ਹੀ ਰੁੱਤ ਬਦਲਦੀ ਹੈ ਇਹ ਪੰਛੀ ਜਿਹੜੇ ਹੈ ਵਾਪਸ ਚਲੇ ਜਾਂਦੇ ਹਨ, ਇਸ ਲਈ ਇਹ ਪੰਛੀ ਜਿਹੜੇ ਆ ਸਾਡੇ ਮਹਿਮਾਨ ਹੁੰਦੇ ਹਨ। ਇਹ ਗੱਲ ਮੈਂ ਮੋਹਿਤ ਅਤੇ ਸ਼ੁਭਮ ਹੋਰਾਂ ਨੂੰ ਵੀ ਸਮਝਾਵਾਂਗਾ, ਜਸ਼ਨ ਨੇ ਗੰਭੀਰ ਹੁੰਦਿਆਂ ਕਿਹਾ। ਜਸ਼ਨ ਨੇ ਸੋਚ ਵਿਚਾਰ ਕਰਦਿਆਂ ਹੋਇਆਂ ਕਿਹਾ ਕਿ ਇਹ ਗੱਲ ਤਾਂ ਮੈਂ ਮੋਹਿਤ ਅਤੇ ਸ਼ੁਭਮ ਨੂੰ ਵੀ ਸਮਝਾਵਾਂਗਾ। ਗੁਰਮੇਲ ਸਿੰਘ ਨੂੰ ਲੱਗਿਆ ਜਿਵੇਂ ਜਸ਼ਨ ਥੱਕ ਗਿਆ ਹੋਵੇ, ਪਰ ਉਹ ਸਵਾਲ 'ਤੇ ਸਵਾਲ ਕਰੀ ਜਾ ਰਿਹਾ ਸੀ। ਗੁਰਮੇਲ ਸਿੰਘ ਨੂੰ ਤਾਂ ਇਹ ਲੱਗਿਆ ਜਿਵੇਂ ਜਸ਼ਨ ਥੱਕ ਗਿਆ ਹੋਵੇ, ਪਰ ਉਹ ਤਾਂ ਸਵਾਲ 'ਤੇ ਸਵਾਲ ਕਰੀ ਜਾ ਰਿਹਾ ਸੀ। ਸਾਹਮਣੇ ਖੇਤਾਂ 'ਤੇ ਕੰਡਿਆਲੀ ਤਾਰ ਲੱਗੀ ਵੇਖ ਕੇ ਜਸ਼ਨ ਫੇਰ ਬੋਲ ਪਿਆ, ਪਾਪਾ ਉਹ ਸਾਹਮਣੇ ਵਾਲੇ ਖੇਤ ਖਾਲੀ ਕਿਉਂ ਪਏ ਨੇ? ਜਸ਼ਨ ਨੇ ਆਪਣੇ ਪਾਪਾ ਨੂੰ ਸਵਾਲ ਕੀਤਾ ਕਿ ਸਾਹਮਣੇ ਜਿਹੜੇ ਖੇਤਾਂ ਨੂੰ ਕੰਡੇ ਵਾਲੀ ਤਾਰ ਲੱਗੀ ਹੋਈ ਹੈ ਉਹ ਖਾਲੀ ਕਿਉਂ ਪਏ ਨੇ? ਬੇਟਾ ਇਹ ਜ਼ਮੀਨ ਕਿਸੇ ਕਿਸਾਨ ਨੇ ਕਿਸੇ ਕੰਪਨੀ ਨੂੰ ਵੇਚ ਦਿੱਤੀ ਹੈ। ਤਾਂ ਗੁਰਮੇਲ ਸਿੰਘ ਨੇ ਆਪਣੇ ਬੇਟੇ ਜਸ਼ਨ ਨੂੰ ਕਿਹਾ ਕਿ ਇਹ ਜ਼ਮੀਨ ਜਿਹੜੀ ਹੈ ਕਿਸੇ ਕੰਪਨੀ ਨੇ ਕਿਸੇ ਕਿਸਾਨ ਨੇ ਕਿਸੇ ਕੰਪਨੀ ਨੂੰ ਵੇਚ ਦਿੱਤੀ ਹੈ। ਵੇਚ ਦਿੱਤੀ ਹੈ? ਜਸ਼ਨ ਨੇ ਹੈਰਾਨ ਹੁੰਦਿਆਂ ਕਿਹਾ। ਜਸ਼ਨ ਨੂੰ ਬਹੁਤ ਹੈਰਾਨੀ ਹੋਈ। ਪਾਪਾ ਦਾਦੀ ਮਾਂ ਕਹਿੰਦੇ ਸਨ ਕਿ ਇਹ ਧਰਤੀ ਤਾਂ ਪੂਜਣਯੋਗ ਹੁੰਦੀ ਹੈ ਅਤੇ ਨਾਲੇ ਇਹ ਸਾਡੀ ਮਾਂ ਹੁੰਦੀ ਹੈ। ਤਾਂ ਜਸ਼ਨ ਨੇ ਕੀ ਕਿਹਾ ਕਿ ਦਾਦੀ ਮਾਂ ਕਹਿੰਦੀ ਹੈ ਕਿ ਇਹ ਧਰਤੀ ਤਾਂ ਪੂਜਣਯੋਗ ਹੁੰਦੀ ਹੈ ਅਤੇ ਨਾਲੇ ਸਾਡੀ ਮਾਂ ਵੀ ਹੁੰਦੀ ਹੈ, ਭਲਾ ਫਿਰ ਮਾਂ ਨੂੰ ਅਸੀਂ ਕਿਸ ਤਰ੍ਹਾਂ ਵੇਚ ਸਕਦੇ ਹਾਂ? ਤਾਂ ਉਸਨੇ ਆਪਣੇ ਪਾਪਾ ਨੂੰ ਸਵਾਲ ਕਰਿਆ ਕਿ ਅਸੀਂ ਆਪਣੀ ਮਾਂ ਨੂੰ ਕਿਸ ਤਰ੍ਹਾਂ ਵੇਚ ਸਕਦੇ ਹਾਂ? ਇਹ ਧਰਤੀ ਤਾਂ ਸਾਡੀ ਮਾਂ ਹੈ। ਜਸ਼ਨ ਦੀਆਂ ਗੱਲਾਂ ਸੁਣ ਕੇ ਗੁਰਮੇਲ ਸਿੰਘ ਹੈਰਾਨ ਸੀ ਕਿ ਜਿਹੜੀਆਂ ਗੱਲਾਂ ਸਾਨੂੰ ਵੱਡਿਆਂ ਨੂੰ ਸੋਚਣੀਆਂ ਚਾਹੀਦੀਆਂ ਹਨ
ਉਹ ਬੱਚੇ ਸੋਚ ਰਹੇ ਹਨ। ਜਸ਼ਨ ਦੀਆਂ ਗੱਲਾਂ ਸੁਣ ਕੇ ਗੁਰਮੇਲ ਸਿੰਘ ਨੂੰ ਬੜੀ ਹੈਰਾਨੀ ਹੋਈ ਕਿ ਜਿਹੜੀਆਂ ਗੱਲਾਂ 'ਤੇ ਸੋਚ ਵਿਚਾਰ ਸਾਨੂੰ ਵੱਡਿਆਂ ਨੂੰ ਕਰਨਾ ਚਾਹੀਦਾ ਹੈ, ਉਹ ਗੱਲਾਂ ਬਾਰੇ ਤਾਂ ਬੱਚੇ ਸੋਚ ਰਹੇ ਹਨ। ਜ਼ਮੀਨਾਂ 'ਤੇ ਧੜਾ ਧੜ ਉਸਰ ਰਹੇ ਫਲੈਟ ਅਤੇ ਖੇਤੀ ਲਈ ਘਟਦੀ ਜਾਂਦੀ ਜ਼ਮੀਨ ਜ਼ਰੂਰ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਖੇਤੀ ਵਾਲੀ ਜ਼ਮੀਨ 'ਤੇ ਜਿਵੇਂ ਬਹੁਤ ਤੇਜ਼ੀ ਨਾਲ ਧੜਾ ਧੜ ਮੀਨਸ ਬਹੁਤ ਤੇਜ਼ੀ ਨਾਲ ਉਸਰ ਰਹੇ ਮਤਲਬ ਬਣਾ ਰਹੇ ਹੈ ਫਲੈਟ, ਬਹੁ ਮੰਜ਼ਿਲਾ ਇਮਾਰਤਾਂ ਜਿਹੜੀਆਂ ਬਣ ਰਹੀਆਂ ਨੇ, ਅਤੇ ਖੇਤੀ ਲਈ ਜਿਹੜੀ ਘਟਦੀ ਜ਼ਮੀਨ ਹੈ ਉਹ ਸਾਡੇ ਲਈ ਇੱਕ ਸੋਚ ਵਿਚਾਰ ਕਰਨ ਵਾਲਾ ਵਿਸ਼ਾ ਹੈ। ਦੂਜੇ ਪਾਸੇ ਸਫੈਦਿਆਂ ਦੇ ਰੁੱਖਾਂ ਵਿੱਚ ਕਾਵਾਂ ਰੋਲੀ ਦਾ ਜਸ਼ਨ ਦਾ ਧਿਆਨ ਆਪਣੇ ਵੱਲ ਖਿੱਚਿਆ। ਦੂਜੇ ਪਾਸੇ ਜਿਹੜੇ ਸਫੈਦਿਆਂ ਦੇ ਰੁੱਖਾਂ 'ਤੇ ਕਾਂ ਬੈਠੇ ਸਨ, ਉਹ ਜਿਹੜਾ ਰੌਲਾ ਪਾ ਰਹੇ ਸਨ, ਉਹਨਾਂ ਦੇ ਰੌਲੇ ਨੇ ਜਸ਼ਨ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸ ਨੇ ਸ਼ਾਇਦ ਇੰਨੇ ਸਾਰੇ ਕਾਂ ਪਹਿਲਾਂ ਨਹੀਂ ਸਨ ਵੇਖੇ। ਉਸਨੇ ਇਸ ਤੋਂ ਪਹਿਲਾਂ ਇੰਨੇ ਸਾਰੇ ਕਾਂ ਨਹੀਂ ਵੇਖੇ ਸਨ। ਉਹ ਕਾਵਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ, ਪਰ ਥੋੜ੍ਹੀ ਹੀ ਦੇਰ ਬਾਅਦ ਗੰਭੀਰ ਹੁੰਦਿਆਂ ਬੋਲਿਆ, ਪਾਪਾ ਚਿੜੀਆਂ ਕਿਤੇ ਨਜ਼ਰ ਨਹੀਂ ਆਉਂਦੀਆਂ, ਕਿੱਥੇ ਗਈਆਂ ਚਿੜੀਆਂ? ਉਹ ਕਾਵਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਥੋੜ੍ਹੀ ਹੀ ਦੇਰ ਬਾਅਦ ਗੰਭੀਰ ਹੁੰਦਿਆਂ ਉਹ ਬੋਲਿਆ ਕਿ ਪਾਪਾ ਮੈਨੂੰ ਕਿਤੇ ਚਿੜੀਆਂ ਨਹੀਂ ਦਿਖ ਰਹੀਆਂ ਸਨ, ਚਿੜੀਆਂ ਕਿੱਥੇ ਗਈਆਂ? ਗੁਰਮੇਲ ਸਿੰਘ ਵੱਲੋਂ ਕੋਈ ਜਵਾਬ ਨਾ ਆਉਂਦਾ ਦੇਖ ਕੇ ਫਿਰ ਉਹ ਆਪ ਹੀ ਜਵਾਬ ਦਿੰਦਾ ਹੋਇਆ ਬੋਲਿਆ, ਪਾਪਾ ਮੈਡਮ ਕਹਿੰਦੇ ਹਨ ਕਿ ਜਿਹੜੇ ਮੋਬਾਈਲ ਫੋਨਾਂ ਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਹਨ, ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਕਰਕੇ ਬਹੁਤ ਸਾਰੇ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਹਨ। ਗੁਰਮੇਲ ਸਿੰਘ ਵੱਲੋਂ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਉਹ ਆਪਣੇ ਆਪ ਹੀ ਜਵਾਬ ਦਿੰਦਾ ਹੋਇਆ ਆਪਣੇ ਪਾਪਾ ਨੂੰ ਕਹਿੰਦਾ ਕਿ ਸਾਡੇ ਮੈਡਮ ਕਹਿ ਰਹੇ ਸੀ ਕਿ ਜਿਹੜੇ ਵੱਡੇ ਵੱਡੇ ਮੋਬਾਈਲ ਫੋਨਾਂ ਦੇ ਜਿਹੜੇ ਟਾਵਰ ਲੱਗੇ ਹੋਏ ਹਨ, ਇਹਨਾਂ ਤੋਂ ਬਹੁਤ ਖਤਰਨਾਕ ਤਰੰਗਾਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ, ਇਸ ਕਰਕੇ ਇਹ ਬਹੁਤ ਸਾਰੇ ਪੰਛੀ ਜਿਹੜੇ ਆ ਉਹ ਸਾਡੇ ਕੋਲੋਂ ਦੂਰ ਚਲੇ ਗਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਚਿੜੀਆਂ ਵੀ ਜਾਂ ਤਾਂ ਮਰ ਗਈਆਂ ਨੇ ਜਾਂ ਫਿਰ ਦੂਰ ਦੁਰਾਡੇ ਕਿਧਰੇ ਪਹਾੜਾਂ ਵੱਲ ਚੱਲ ਗਈਆਂ ਨੇ। ਉਸਨੇ ਆਪਣੇ ਪਾਪਾ ਨੂੰ ਦੱਸਿਆ ਕਿ ਪਾਪਾ ਸ਼ਾਇਦ ਇਹੀ ਕਾਰਨ ਹੈ ਕਿ ਚਿੜੀਆਂ ਜਾਂ ਤਾਂ ਮਰ ਗਈਆਂ ਹਨ, ਜਿਹੜੇ ਮੋਬਾਈਲ ਫੋਨਾਂ ਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਹਨ, ਇਹਨਾਂ ਦੀ ਖਤਰਨਾਕ ਤਰੰਗਾਂ ਕਰਕੇ, ਇਹਨਾਂ ਦੀ ਖਤਰਨਾਕ ਕਿਰਨਾਂ ਕਰਕੇ ਜਾਂ ਤਾਂ ਉਹ ਮਰ ਗਈਆਂ ਹਨ ਜਾਂ ਸਾਨੂੰ ਛੱਡ ਕੇ ਕਿਤੇ ਦੂਰ ਦੁਰਾਡੇ ਪਹਾੜਾਂ ਵੱਲ ਚੱਲ ਗਈਆਂ ਨੇ। ਹਾਂ ਪੁੱਤਰਾ, ਠੀਕ ਕਹਿੰਦੇ ਨੇ ਤੇਰੇ ਮੈਡਮ, ਜਿੱਥੇ ਸਾਨੂੰ ਇਹਨਾਂ ਚੀਜ਼ਾਂ ਦੇ ਲਾਭ ਹੋਏ ਨੇ ਉੱਥੇ ਸਾਨੂੰ ਇਹਨਾਂ ਕਰਕੇ ਬਹੁਤ ਕੁਝ ਗੁਆਉਣਾ ਵੀ ਪਿਆ ਹੈ। ਗੁਰਮੇਲ ਸਿੰਘ ਆਪਣੇ ਪੁੱਤਰ ਨੂੰ ਕਹਿੰਦੇ ਕਿ ਹਾਂ ਬੇਟਾ, ਤੁਹਾਡੇ ਮੈਡਮ ਠੀਕ ਕਹਿੰਦੇ ਹੈ ਕਿ ਇਹਨਾਂ ਟਾਵਰਾਂ ਨਾਲ ਸਾਨੂੰ ਬਹੁਤ ਸਾਰੇ ਲਾਭ ਵੀ ਹੋਏ ਹਨ। ਜਿਹੜੀਆਂ ਚੀਜ਼ਾਂ ਦੇ ਸਾਨੂੰ ਲਾਭ ਹੋਏ ਹਨ ਉਹਨਾਂ ਕਰਕੇ ਸਾਨੂੰ ਬਹੁਤ ਕੁਝ ਗੁਆਉਣਾ ਵੀ ਪਿਆ ਹੈ। ਗੱਲਾਂ ਬਾਤਾਂ ਕਰਦਿਆਂ ਪਤਾ ਹੀ ਨਹੀਂ ਲੱਗਿਆ ਕਿ ਗੁਰਮੇਲ ਸਿੰਘ ਤੇ ਜਸ਼ਨ ਕਦੋਂ ਘਰ ਪਹੁੰਚ ਗਏ। ਗੱਲਾਂ ਬਾਤਾਂ ਕਰਦੇ ਕਰਦੇ ਗੁਰਮੇਲ ਸਿੰਘ ਅਤੇ ਜਸ਼ਨ ਆਪਣੇ ਘਰ ਪਹੁੰਚ ਗਏ। ਜਸ਼ਨ ਘਰ ਆਉਂਦਿਆਂ ਫਿਰ ਖੇਡਣ ਵਿੱਚ ਮਗਨ ਹੋ ਗਿਆ, ਪਰ ਗੁਰਮੇਲ ਸਿੰਘ ਅਜੇ ਵੀ ਜਸ਼ਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰਮੇਲ ਸਿੰਘ ਤੇ ਜਸ਼ਨ ਘਰ ਪਹੁੰਚ ਗਏ ਤੇ ਘਰ ਆਉਂਦਿਆਂ ਹੀ ਜਸ਼ਨ ਤਾਂ ਫੇਰ ਖੇਡਣ ਵਿੱਚ ਮਸਤ ਹੋ ਗਿਆ, ਪਰ ਗੁਰਮੇਲ ਸਿੰਘ ਅਜੇ ਵੀ ਜਿਹੜੇ ਜਸ਼ਨ ਵੱਲੋਂ ਪੁੱਛੇ ਗਏ ਸਵਾਲ ਸੀ ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਾਠ ਅਭਿਆਸ। ਪ੍ਰਸ਼ਨ ਪਹਿਲਾ, ਪੜ੍ਹੋ ਅਤੇ ਸਮਝੋ। ਇੰਤਜ਼ਾਰ, ਉਡੀਕ, ਧੁਨ, ਧਿਆਨ, ਲਗਨ, ਗੰਭੀਰ, ਸੋਚ ਵਿਚਾਰ ਵਾਲਾ, ਸੰਜੀਦਾ, ਤਰੰਗਾਂ, ਲਹਿਰਾਂ, ਮਗਨ, ਮਸਤ, ਲੀਨ। ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਊੜਾ, ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ 'ਤੇ ਤਸਵੀਰਾਂ ਵਾ ਰਹੀ ਸੀ। ਐੜਾ, ਗੁਰਮੇਲ ਸਿੰਘ ਆਪਣੀ ਧੁਨ ਵਿੱਚ ਤੇਜ਼ ਤੁਰਦਾ ਜਾ ਰਿਹਾ ਸੀ। ਈੜੀ, ਜਸ਼ਨ ਨਹਿਰ ਦੇ ਕਿਨਾਰੇ 'ਤੇ ਖੜ੍ਹ ਕੇ ਪਾਣੀ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੱਸਾ, ਰੁੱਤ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ। ਹਾਹਾ, ਉਹ ਕਾਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਪ੍ਰਸ਼ਨ ਤੀਜਾ,
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਊੜਾ ਜਸ਼ਨ ਨੇ ਆਪਣੇ ਪਿਤਾ ਜੀ ਨੂੰ ਕੀ ਕਿਹਾ? ਜਸ਼ਨ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਵੀ ਉਹਨਾਂ ਨਾਲ ਸੈਰ ਕਰਨ ਲਈ ਜਾਵੇਗਾ। ਐੜਾ ਜਸ਼ਨ ਨੇ ਸੈਰ ਦਾ ਆਨੰਦ ਕਿਵੇਂ ਮਾਣਿਆ? ਜਸ਼ਨ ਨੇ ਖੇਤਾਂ ਵਿੱਚ ਲਹਿ ਲਹਾਉਂਦੀਆਂ ਫਸਲਾਂ, ਸਰੋਂ ਦਿਆਂ ਫੁੱਲਾਂ 'ਤੇ ਮੰਡਲਾਉਂਦੀਆਂ ਤਿਤਲੀਆਂ, ਤਾਰਾਂ 'ਤੇ ਬੈਠੇ ਪੰਛੀਆਂ ਤੇ ਨਹਿਰ 'ਤੇ ਆਏ ਪ੍ਰਵਾਸੀ ਪੰਛੀਆਂ ਨੂੰ ਦੇਖ ਕੇ ਸੈਰ ਦਾ ਆਨੰਦ ਮਾਣਿਆ। ਈੜੀ ਪ੍ਰਵਾਸੀ ਪੰਛੀ ਕਿਹਨਾਂ ਨੂੰ ਆਖਦੇ ਹਨ? ਦੂਰ ਦੁਰਾਡੇ ਦੇਸ਼ਾਂ ਤੋਂ ਆਏ ਪੰਛੀਆਂ ਨੂੰ ਪ੍ਰਵਾਸੀ ਪੰਛੀ ਆਖਦੇ ਹਨ। ਸੱਸਾ ਜ਼ਮੀਨ ਕਿਉਂ ਘਟਦੀ ਜਾ ਰਹੀ ਹੈ? ਜ਼ਮੀਨ ਉੱਤੇ ਤੇਜ਼ੀ ਨਾਲ ਬਣ ਰਹੇ ਫਲੈਟਾਂ ਕਾਰਨ ਜ਼ਮੀਨ ਘਟਦੀ ਜਾ ਰਹੀ ਹੈ। ਪ੍ਰਸ਼ਨ ਚੌਥਾ, ਸ਼ੁੱਧ ਕਰਕੇ ਲਿਖੋ। ਤਿਤਲੀਆਂ, ਸ਼ੁੱਧ ਸ਼ਬਦ ਕੀ ਹੁੰਦਾ ਹੈ? ਤਿਤਲੀਆਂ। ਲੱਲੇ ਨੂੰ ਕੀ ਆਵੇਗੀ? ਬਿਹਾਰੀ ਆਵੇਗੀ। ਦੂਜਾ ਸ਼ਬਦ ਹੈ ਸਰੋਂ। ਸਰੋਂ ਨਹੀਂ ਹੁੰਦਾ, ਸ਼ੁੱਧ ਸ਼ਬਦ ਕੀ ਹੁੰਦਾ ਹੈ? ਸਰੋਂ। ਰਾਰੇ ਦੇ ਪੈਰ ਵਿੱਚ ਹਾਹਾ ਆਵੇਗਾ। ਤੀਜਾ ਹੈ ਖੁਸ਼। ਸ਼ੁੱਧ ਸ਼ਬਦ ਕੀ ਹੁੰਦਾ ਹੈ? ਖੁਸ਼। ਖੱਖੇ ਦੇ ਪੈਰ ਵਿੱਚ ਬਿੰਦੀ ਆਵੇਗੀ। ਪ੍ਰਸ਼ਨ ਪੰਜਵਾਂ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਊੜਾ ਅਖਬਾਰ। ਅਖਬਾਰ ਪੜ੍ਹਨ ਨਾਲ ਸਾਡਾ ਗਿਆਨ ਵੱਧਦਾ ਹੈ। ਐੜਾ ਤਸਵੀਰਾਂ। ਸਿਮਰਨ ਡਰਾਇੰਗ ਬੁੱਕ 'ਤੇ ਤਸਵੀਰਾਂ ਵਾਹ ਰਹੀ ਸੀ। ਈੜੀ ਪ੍ਰਵਾਸੀ। ਰੁੱਤ ਬਦਲਦਿਆਂ ਹੀ ਪ੍ਰਵਾਸੀ ਪੰਛੀ ਵਾਪਸ ਚਲੇ ਜਾਂਦੇ ਹਨ। ਸੱਸਾ ਧੜਾ ਧੜ। ਜ਼ਮੀਨ 'ਤੇ ਧੜਾ ਧੜ ਬਣ ਰਹੇ ਫਲੈਟਾਂ ਕਾਰਨ ਜ਼ਮੀਨ ਘਟਦੀ ਜਾ ਰਹੀ ਹੈ। ਹਾਹਾ ਲਾਭ। ਰੁੱਖਾਂ ਦੇ ਸਾਨੂੰ ਕਈ ਲਾਭ ਹਨ। ਪ੍ਰਸ਼ਨ ਛੇਵਾਂ, ਸਵੇਰ ਦੀ ਸੈਰ ਬਾਰੇ 5 ਵਾਕ ਸੁੰਦਰ ਕਰਕੇ ਲਿਖੋ। ਇੱਥੇ ਆਪਾਂ ਸਵੇਰ ਦੀ ਸੈਰ ਬਾਰੇ 5 ਵਾਕ ਸੁੰਦਰ ਕਰਕੇ ਲਿਖਣੇ ਹਨ। ਆਓ ਫਿਰ ਸ਼ੁਰੂ ਕਰੀਏ। ਪਹਿਲਾ ਹੈ, ਮੈਂ ਹਰ ਰੋਜ਼ ਸਵੇਰੇ ਪਾਰਕ ਵਿੱਚ ਸੈਰ ਕਰਨ ਜਾਂਦਾ ਹਾਂ। ਦੂਜਾ, ਪਾਰਕ ਵਿੱਚ ਬਹੁਤ ਸਾਰੇ ਰੁੱਖ ਲੱਗੇ ਹੋਏ ਹਨ ਜਿਨ੍ਹਾਂ ਤੋਂ ਮੈਨੂੰ ਤਾਜ਼ੀ ਆਕਸੀਜਨ ਮਿਲਦੀ ਹੈ। ਤੀਜਾ, ਪਾਰਕ ਵਿੱਚ ਕਈ ਫੁੱਲਾਂ ਵਾਲੇ ਬੂਟੇ ਲੱਗੇ ਹੋਏ ਹਨ ਜਿਨ੍ਹਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਚੌਥਾ, ਇੱਥੇ ਮੈਂ ਕਸਰਤ ਕਰਦਾ ਹਾਂ। ਪੰਜਵਾਂ, ਸਵੇਰ ਦੀ ਸੈਰ ਕਰਕੇ ਮੇਰੇ ਸਰੀਰ ਵਿੱਚ ਸਾਰਾ ਦਿਨ ਚੁਸਤੀ ਤੇ ਫੁਰਤੀ ਬਣੀ ਰਹਿੰਦੀ ਹੈ। ਥੈਂਕ ਯੂ।